हाँ जी प्यारे बच्चों, मैं हाँ आदर्शपाल सिंह SS मास्टर सरकारी हाई स्कूल फरीदेवाले तो। अज आपां SS दी क्लास लै रहे हैं तुहाडी और जिहड़ा मेरा टॉपिक है अज दा वो है इंडिया। और ये जिहड़ा टॉपिक है ये सारियां क्लासां लई 6वीं लई 7वीं 8वीं 9वीं और 10वीं दे लई ये बहुत यूजफुल है। जिहदे विच जिहड़ी भी आपां जानकारी शेयर करांगे वो सारियां क्लासां दे लई ही बहुत लाहेवंद होएगी। सो आपां बच्चे शुरू करते हैं टॉपिक अपना इंडिया या भारत। ਇਹਦੀ ਜਿਹੜੀ ਜਨਰਲ ਇੰਟਰੋਡਕਸ਼ਨ ਹੈ ਬੇਟਾ, ਜਦੋਂ ਤੁਸੀਂ ਗਲੋਬ ਨੂੰ ਦੇਖੋਗੇ ਤਾਂ ਗਲੋਬ ਜਿਹੜਾ ਹੈ ਉਹ ਤੁਹਾਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਨਜ਼ਰ ਆਏਗਾ। ਸੈਂਟਰ ਦੇ ਵਿੱਚ ਉਹਦੇ ਭੂਮਧ ਰੇਖਾ ਹੈ ਔਰ ਉਹਦਾ ਅਪਰ ਪੋਰਸ਼ਨ ਔਰ ਉੱਤਰੀ ਅਰਧਗੋਲਾ ਔਰ ਨੀਚੇ ਜਿਹੜਾ ਅਰਧਗੋਲਾ ਹੈ ਉਹਨੂੰ ਸਾਊਥ ਦਾ ਅਰਧਗੋਲਾ ਕਿਹਾ ਜਾਂਦਾ। ਭਾਰਤ ਜਿਹੜਾ ਸਾਡਾ ਹੈ ਉਹ ਉੱਤਰੀ ਅਰਧਗੋਲੇ ਦੇ ਵਿੱਚ ਸਥਿਤ ਹੈ। ਭਾਰਤ ਦੇ ਜਿਹੜਾ ਪੁਰਾਣਾ ਨਾਮ ਸੀ ਭਾਰਤ ਦਾ, ਕਿਉਂਕਿ ਭਾਰਤ ਇੱਕ ਪੁਰਾਣੀ ਸਭਿਅਤਾ ਵੀ ਹੈ, ਇਸ ਨੂੰ ਸ਼ੁਰੂ ਦੇ ਵਿੱਚ ਇੰਡਸ ਵੀ ਇਹਨਾਂ ਨੂੰ ਲੋਕਾਂ ਨੇ ਕਿਹਾ, ਉਸ ਤੋਂ ਬਾਅਦ ਹਿੰਦੂਜ਼ ਕਿਹਾ, ਉਸ ਤੋਂ ਬਾਅਦ ਇੰਡਸ ਰਿਵਰ ਤੋਂ ਹੀ ਇਹ ਜਿਹੜਾ ਇਹਦਾ ਨਾਮ ਹੈ ਉਹ ਇੰਡੀਆ ਬਣਿਆ। ਸੋ ਇਹ ਜਿਹੜਾ ਭੂ ਭਾਗ ਹੈ ਜਿਹੜਾ ਉੱਤਰੀ ਅਰਧਗੋਲੇ ਦੇ ਵਿੱਚ ਤੁਸੀਂ ਦੇਖਦੇ ਹੋ ਇਸ ਕਿਸਮ ਦਾ, ਇਹਦੇ ਵਿੱਚ ਉੱਤਰ ਦੇ ਵਿੱਚ ਹਿਮਾਲਿਆਜ਼ ਨੇ, ਦੱਖਣ ਦੇ ਵਿੱਚ ਇਹਦੇ ਹਿੰਦ ਮਹਾਸਾਗਰ ਹੈ, ਇਹਦੇ इधर ईस्ट दे विच खाड़ी बंगाल है और वैस्ट दे विच अरब सागर है। सो ये जिहड़ा खिता है ये साउथ एशिया दे विच अपने आप दे विच उप महादीप भी कहलांदा है। इस खिते दे विच जिहड़ी इहदी पापूलेशन है वो लगभग 130 करोड़ के करीब है और इस दी जिहड़ी स्थिति है वो मैं तुहानूं जिवें पहलां ही दस्सिआ भी उत्तर ਦੇ ਵਿੱਚ ਜਿਹੜਾ ਹੈ ਇੱਥੇ ਹਿਮਾਲਿਆ ਪਰਬਤ ਨੇ। ਲਗਭਗ ਜਿਹੜੇ ਹਿਮਾਲਿਆ ਪਰਬਤਾਂ ਦੀ ਜਿਹੜੀ ਲੰਬਾਈ ਹੈ ਬੇਟਾ ਉਹ 2900 ਕਿਲੋਮੀਟਰ ਲੰਬੀ ਹੈ ਔਰ 300 ਕਿਲੋਮੀਟਰ ਇਹ ਚੌੜੇ ਹੈ, ਜਿਸ ਦੇ ਨਾਲ ਕੀ ਹੈ ਵੀ ਇਹ ਉੱਤਰ ਦੇ ਵਿੱਚ ਜਿਹੜੇ ਇਹਦੇ ਦੇਸ਼ ਨੇ ਉਹਨਾਂ ਨਾਲੋਂ ਇਸ ਨੂੰ ਹਿਮਾਲਿਆ ਪਹਾੜ ਜਿਹੜੇ ਆ ਉਹ ਇਸ ਨੂੰ ਅਲੱਗ ਕਰਦੇ ਆ। ਦੱਖਣ ਦੇ ਵਿੱਚ ਇਹਦੇ ਹਿੰਦ ਮਹਾਸਾਗਰ ਹੈ ਜਿਹੜਾ ਕਿ ਇਹਨੂੰ ਦੱਖਣ ਦੇ ਵਿੱਚ ਦੂਸਰੇ ਮੁਲਕਾਂ ਨਾਲੋਂ ਅਲੱਗ ਕਰਦਾ ਹੈ। पूरब ਦੇ ਵਿੱਚ ਇਹਦੇ ਖਾੜੀ ਬੰਗਾਲ ਹੈ ਔਰ ਪੱਛਮ ਦੇ ਵਿੱਚ ਅਰਬ ਸਾਗਰ ਹੈ। ਸੋ ਇਸ ਤਰ੍ਹਾਂ ਇਹਦੀ ਜਿਹੜੀ ਸਥਿਤੀ ਹੈ ਉਹ ਸਾਨੂੰ ਇਥੋਂ ਨਜ਼ਰ ਆ ਜਾਂਦੀ ਹੈ ਕਿ ਇਹ ਜਿਹੜਾ ਹੈ ਇਹ ਏਸ਼ੀਆ ਦੇ ਵਿੱਚ ਇਸ ਨੂੰ ਇਸੇ ਕਰਕੇ ਉਪ ਮਹਾਦੀਪ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਬਾਕੀ ਕੰਟਰੀਜ਼ ਨਾਲੋਂ ਨਾਲ ਮਿਲਿਆ ਵੀ ਹੋਇਆ ਔਰ ਦੂਸਰੇ ਦੇਸ਼ਾਂ ਨਾਲੋਂ ਅਲੱਗ ਵੀ ਹੈ। ਉਸ ਤੋਂ ਬਾਅਦ ਇਸ ਦੇ ਆਪਾਂ ਜੇਕਰ ਗੱਲ ਕਰੀਏ ਵੀ ਇਸ ਸਾਡੇ ਭਾਰਤ ਦੇ ਜਿਹੜੇ ਗੁਆਂਢੀ ਦੇਸ਼ ਨੇ ਉਹ ਕਿਹੜੇ-ਕਿਹੜੇ ਆ। 7 ਗੁਆਂਢੀ ਦੇਸ਼ ਨੇ ਸਾਡੇ ਭਾਰਤ ਦੇ, ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਚਾਈਨਾ ਹੈ ਜਿਹਦੇ ਨਾਲ ਸਾਡੀ ਭਾਰਤ ਦੀ ਸਰਹੱਦ ਲੱਗਦੀ ਹੈ, ਪਾਕਿਸਤਾਨ ਹੈ, ਭੂਟਾਨ ਹੈ, ਮਿਆਂਮਾਰ ਹੈ, ਇਹਦਾ ਪੁਰਾਣਾ ਨਾਮ ਜਿਹੜਾ ਉਹ ਬਰਮਾ ਸੀਗਾ, ਉਸ ਤੋਂ ਬਾਅਦ ਬੰਗਲਾਦੇਸ਼ ਹੈ, ਨੀਚੇ ਸਾਊਥ ਦੇ ਵਿੱਚ ਸ਼੍ਰੀਲੰਕਾ ਹੈ ਔਰ ਇੱਕ ਨੇਪਾਲ ਹੈ। ਨੇਪਾਲ। ਸੋ ਇਸ ਤਰ੍ਹਾਂ ਇਹ 7 ਜਿਹੜੇ ਸਾਡੇ ਗੁਆਂਢੀ ਮੁਲਕ ਨੇ ਜਿਨ੍ਹਾਂ ਨਾਲ ਭਾਰਤ ਦੀ ਜਿਹੜੀ ਅੰਤਰਰਾਸ਼ਟਰੀ ਜਿਹੜੀ ਸੀਮਾ ਹੈ ਉਹ ਲੱਗਦੀ ਹੈ। ਭਾਰਤ ਬੱਚਿਓ ਕਿਉਂਕਿ ਦੱਖਣ ਏਸ਼ੀਆ ਦਾ ਬਹੁਤ ਵੱਡਾ ਦੇਸ਼ ਹੈ ਔਰ ਇਹ ਜਿਹੜਾ ਦੇਸ਼ ਹੈ ਇਹ ਸਾਰਕ ਦਾ ਮੈਂਬਰ ਵੀ ਹੈ। ਸਾਰਕ ਦੀ ਜਿਹੜੀ ਪੂਰੀ ਫਾਰਮ ਹੈ ਉਹ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਆਪਣਾ ਰੀਜਨਲ ਕੋਆਪਰੇਸ਼ਨ। ਸੋ ਇਹਦੇ ਨਾਲ ਕੀ ਹੈ ਵੀ ਜਿਹੜਾ ਭਾਰਤ ਹੈ ਉਹ ਸਾਊਥ ਜਿਹੜਾ ਏਸ਼ੀਆ ਦੇ ਜਿਹੜੇ 7 ਕੰਟਰੀ ਹੈ ਇਹਦੇ ਵਿੱਚ ਸਾਰਕ ਦੇ ਵਿੱਚ ਲਗਭਗ 7 ਦੇਸ਼ ਨੇ ਸ਼ਾਮਲ, ਜਿਨ੍ਹਾਂ ਵਿੱਚ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਨੇਪਾਲ ਔਰ ਸ਼੍ਰੀਲੰਕਾ ਔਰ ਬੰਗਲਾਦੇਸ਼ ਇਹ ਸ਼ਾਮਲ ਨੇ। ਔਰ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਦੇਸ਼ ਹੈ ਸਾਰਕ ਦੇ ਵਿੱਚ ਉਹ ਇੰਡੀਆ ਹੀ ਹੈ, ਸਾਡਾ ਭਾਰਤ ਹੀ ਹੈ। ਔਰ ਸਭ ਤੋਂ ਜਿਹੜਾ ਛੋਟਾ ਦੇਸ਼ ਹੈ ਉਹ ਹੈ ਮਾਲਦੀਵ। ਮਾਲਦੀਵ ਦਾ ਮੈਂ ਨਾਂ ਲੈਣਾ ਭੁੱਲ ਗਿਆ ਸੀ, ਇੱਕ ਮਾਲਦੀਵ ਵੀ ਸਾਰਕ ਦੇ ਵਿੱਚ ਸ਼ਾਮਲ ਹੈ। ਸੋ ਇਸ ਤਰ੍ਹਾਂ ਇਹ ਜਿਹੜੀ ਸਾਰਕ ਸੰਸਥਾ ਹੈ ਇਹ ਸਿਰਫ ਇਸ ਕਰਕੇ ਹੀ ਬਣਾਈ ਗਈ ਹੈ ਵੀ ਜਿਹੜੇ ਵੀ ਸਾਊਥ ਏਸ਼ੀਆ ਦੇ ਦੇਸ਼ ਨੇ ਉਹ ਆਪਸ ਦੇ ਵਿੱਚ ਆਪਣੀ ਕਲਚਰ ਨੂੰ ਸਾਂਝਾ ਕਰ ਸਕਣ, ਆਪਣੀਆਂ ਜਿਹੜੀਆਂ ਹੋਰ ਪ੍ਰੋਬਲਮਸ ਨੇ ਉਹਨਾਂ ਨੂੰ ਸਾਂਝਾ ਮਿਲ ਕੇ ਇੱਕ ਮੰਚ ਦੇ ਉੱਪਰ ਬੈਠ ਕੇ ਹੱਲ ਕਰ ਸਕਣ। ਇਸ ਤੋਂ ਬਾਅਦ ਇਸ ਦਾ ਵਿਸਥਾਰ ਦੀ ਗੱਲ ਕਰਦੇ ਹਾਂ। ਵਿਸਤਾਰ ਤੋਂ ਭਾਵ ਇਹ ਹੈ ਵੀ ਕਿੱਥੋਂ ਲੈ ਕੇ ਕਿੱਥੋਂ ਤੱਕ ਜਿਹੜਾ ਹੈ ਉਹ ਸਾਡਾ ਇੰਡੀਆ ਜਾਂ ਜਿਹੜਾ ਸਾਡਾ ਦੇਸ਼ ਭਾਰਤ ਹੈ ਉਹ ਫੈਲਿਆ ਹੋਇਆ। ਸੋ ਜੇਕਰ ਗੱਲ ਕਰੀ ਜਾਵੇ ਇਹਦੀ
ਹੇਠਾਂ ਤੋਂ ਲੈ ਕੇ ਉੱਪਰ ਤੱਕ ਤਾਂ 8 ਡਿਗਰੀ 4 ਮਿੰਟ ਤੋਂ ਲੈ ਕੇ 37 ਡਿਗਰੀ 17 ਮਿੰਟ ਤੱਕ, ਆ ਦੇਖੋ ਮੈਂ ਨਿਸ਼ਾਨ ਵੀ ਲਗਾਏ ਹੈ, 8 ਡਿਗਰੀ 4 ਮਿੰਟ ਤੋਂ 37 ਡਿਗਰੀ 17 ਮਿੰਟ ਤੱਕ ਜਿਹੜਾ ਦਿਸ਼ਾਂਤਰ ਨੇ ਉਹਦੇ ਵਿੱਚ ਜਿਹੜਾ ਵੀ ਇਹ ਭੂ ਭਾਗ ਆਂਦਾ ਹੈ ਉਹ ਭਾਰਤ ਦਾ ਹਿੱਸਾ ਹੈ। ਉਸ ਤੋਂ ਬਾਅਦ ਈਸਟ ਤੋਂ ਵੈਸਟ ਜਾਂ ਵੈਸਟ ਤੋਂ ਈਸਟ ਵਿੱਚ ਜਿਹੜਾ ਹੈ ਉਹ ਵੈਸਟ ਦੇ ਵਿੱਚ 68 ਡਿਗਰੀ 7 ਮਿੰਟ ਤੋਂ 97 ਡਿਗਰੀ 24 ਮਿੰਟ ਤੱਕ ਜਿਹੜਾ ਇਹ ਦਿਸ਼ਾਂਤਰ ਦੇ ਵਿੱਚ ਜਿਹੜੀ ਆਪਣੀ ਭੂ ਭਾਗ ਹੈ ਉਸ ਨੂੰ ਉਹ ਇਹਦੇ ਵਿੱਚ ਆਂਦਾ ਹੈ। ਜੇਕਰ ਇਹਦੀ ਮੈਂ ਕਿਲੋਮੀਟਰਾਂ ਦੇ ਵਿੱਚ ਤੁਹਾਨੂੰ ਮੈਂ ਦੱਸ ਪਾਵਾਂ ਵੀ ਕਿਲੋਮੀਟਰ ਦੇ ਵਿੱਚ ਨਾਰਥ ਤੋਂ ਸਾਊਥ ਦੇ ਵਿੱਚ 3214 ਕਿਲੋਮੀਟਰ ਭਾਰਤ ਜਿਹੜਾ ਸਾਡਾ ਉਹ ਲੰਬਾ ਹੈ, ਔਰ ਵੈਸਟ ਤੋਂ ਈਸਟ ਦੇ ਵਿੱਚ 2933 ਕਿਲੋਮੀਟਰ ਸਾਡਾ ਜਿਹੜਾ ਭਾਰਤ ਹੈ ਉਹਦੀ ਲੰਬਾਈ ਹੈ। ਔਰ ਕਿਉਂਕਿ ਸੂਰਜ ਜਿਹੜਾ ਹੈ ਉਹ ਭਾਰਤ ਦੇ ਜਿਹੜਾ ਈਸਟ ਵਾਲੇ ਪਾਸਿਓਂ ਹੀ ਉਗਦਾ ਹੈ, ਤਾਂ ਜਦੋਂ ਈਸਟ ਵਿੱਚ ਸੂਰਜ ਉਗ ਰਿਹਾ ਹੁੰਦਾ ਹੈ ਤੇ ਗੁਜਰਾਤ ਦੇ ਵਿੱਚ ਉਸ ਸਮੇਂ ਰਾਤ ਹੁੰਦੀ ਹੈ, ਕਿਉਂਕਿ ਇਹਨਾਂ ਦੋਨਾਂ ਦਿਸ਼ਾਂਤਰਾਂ ਦਾ ਜਿਹੜਾ ਡਿਫਰੈਂਸ ਹੈ ਉਹ ਲਗਭਗ 120 ਮਿੰਟ ਯਾਨੀ ਕਿ 2 ਘੰਟਿਆਂ ਦਾ ਇਹਦੇ ਵਿੱਚ ਇਹਦਾ ਡਿਫਰੈਂਸ ਹੈ। ਇਸ ਕਰਕੇ ਜੇਕਰ ਮੰਨ ਲਓ 4 ਵਜੇ ਇੱਥੇ ਸੂਰਜ ਉੱਗਿਆ ਜਾਂ ਨਾ 6 ਵਜੇ ਜੇਕਰ ਮੰਨ ਲਓ ਇੱਥੇ ਦਿਨ ਚੜਿਆ ਤੇ ਇੱਥੇ ਜਿਹੜਾ ਹੈ ਉਹ ਅਜੇ 4 ਹੀ ਸਵੇਰ ਦੇ ਵੱਜੇ ਹੋਣਗੇ ਔਰ 4 ਵਜੇ ਇੱਥੇ ਹਨੇਰਾ ਹੋਏਗਾ। ਸੋ ਇਸ ਤਰ੍ਹਾਂ ਇਹ ਆਪਣੀ ਜਿਹੜੀ ਇਹਦੇ ਦਿਸ਼ਾਂਤਰ ਔਰ ਅਕਸ਼ਾਂਸ਼ ਔਰ ਦਿਸ਼ਾਂਤਰ ਦੇ ਰਾਹੀਂ ਤੁਹਾਨੂੰ ਆਰਾਮ ਨਾਲ ਇਹਦਾ ਪਤਾ ਲੱਗ ਜਾਏਗਾ। ਉਸ ਤੋਂ ਬਾਅਦ ਇਹਦਾ ਸਾਈਜ਼ ਦੀ ਗੱਲ ਕਰਦੇ ਹਾਂ ਵੀ ਸਾਈਜ਼ ਜਦੋਂ ਵੀ ਆਪਾਂ ਕਿਸੇ ਵੀ ਦੇਸ਼ ਦਾ ਸਾਈਜ਼ ਕੱਢਦੇ ਹਾਂ ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਭਾਰਤ ਜਿਹੜਾ ਸਾਡਾ ਉਹ ਦੁਨੀਆ ਦਾ 7ਵਾਂ ਵੱਡਾ ਮੁਲਕ ਹੈ। ਇਹਦੇ ਤੋਂ 6 ਹੀ ਵੱਡੇ ਦੇਸ਼ ਨੇ। ਟੋਟਲ ਜਿਹੜਾ ਸੰਸਾਰ ਹੈ, ਟੋਟਲ ਸੰਸਾਰ ਦੇ ਵਿੱਚ ਲਗਭਗ 204 ਦੇ ਕਰੀਬ ਦੇਸ਼ ਪਾਏ ਜਾਂਦੇ ਆ, ਔਰ ਸਾਡੇ ਭਾਰਤ ਦਾ ਜਿਹੜੀ ਸਥਿਤੀ ਹੈ ਜ਼ਮੀਨ ਵਾਈਜ਼ ਉਹ 7ਵੇਂ ਨੰਬਰ ਦੇ ਉੱਤੇ ਆਂਦਾ ਹੈ। ਔਰ ਇਹਦਾ ਜਿਹੜਾ ਕੁੱਲ ਰਕਬਾ ਹੈ, ਕੁੱਲ ਖੇਤਰਫਲ ਹੈ ਇਹਦਾ ਉਹ 32,87,782 ਵਰਗ ਕਿਲੋਮੀਟਰ ਇਹਦੇ ਹੈ ਔਰ ਕਾਫੀ ਵਿਸ਼ਾਲ ਇਹ ਦੇਸ਼ ਹੈ। ਜੇਕਰ ਮੈਂ ਦੂਸਰੇ ਦੇਸ਼ਾਂ ਨਾਲ ਇਹਦੀ ਤੁਲਨਾ ਕਰਾਂ ਤੇ ਇਹ ਇੰਗਲੈਂਡ ਦੇ ਨਾਲੋਂ 12 ਗੁਣਾ ਵੱਡਾ ਹੈ ਔਰ ਜਾਪਾਨ ਦੇ ਨਾਲੋਂ ਦੇਸ਼ ਜਿਹੜਾ ਸਾਡਾ ਉਹ 8 ਗੁਣਾ ਵੱਡਾ ਹੈ। ਹੁਣ ਥੋੜੀ ਜੀ ਗੱਲ ਕਰਦੇ ਹਾਂ ਇਹਦੀ ਰਾਜਨੀਤਿਕ ਪ੍ਰਬੰਧ ਦੀ। ਤੁਹਾਨੂੰ ਬੱਚਿਓ ਸਾਰਿਆਂ ਨੂੰ ਪਤਾ ਹੀ ਹੈ ਵੀ ਭਾਰਤ ਜਿਹੜਾ ਉਹ 15 ਅਗਸਤ 1947 ਨੂੰ ਆਜ਼ਾਦ ਹੋਇਆ। ਆਜ਼ਾਦੀ ਤੋਂ ਪਹਿਲਾਂ ਲਗਭਗ 190 ਸਾਲ ਇੱਥੇ ਬ੍ਰਿਟਿਸ਼ਰ ਦੀ ਹੁਕੂਮਤ ਰਹੀ ਹੈ, ਅੰਗਰੇਜ਼ਾਂ ਦੀ ਹੁਕੂਮਤ ਰਹੀ ਹੈ। ਅੰਗਰੇਜ਼ਾਂ ਦੀ ਜਿਸ ਵੇਲੇ ਇੱਥੇ ਹੁਕੂਮਤ ਸੀਗੀ ਤਾਂ ਭਾਰਤ ਉਸ ਸਮੇਂ ਦੀ ਜਿਹੜੀ ਭਾਰਤ ਦੀ ਰਾਜਨੀਤਿਕ ਪ੍ਰਬੰਧ ਸੀਗਾ ਉਹ 562 ਦੇ ਕਰੀਬ ਇੱਥੇ ਆਜ਼ਾਦ ਰਿਆਸਤਾਂ ਸੀ, ਯਾਨੀ ਕਿ ਰਾਜਿਆਂ ਦਾ ਕੰਟਰੋਲ ਸੀ। 562 ਆਜ਼ਾਦ ਰਿਆਸਤਾਂ ਸੀ ਔਰ 9 ਸਟੇਟ ਸੀਗੀਆਂ ਜਿਹੜੀਆਂ ਕਿ ਬ੍ਰਿਟਿਸ਼ਰ ਦੇ ਅੰਡਰ ਕੰਮ ਕਰਦੀਆਂ ਸੀਗੀਆਂ। ਸੋ ਜਿਹੜਾ ਉਸ ਸਮੇਂ 15 ਅਗਸਤ 1947 ਤੋਂ ਪਹਿਲਾਂ ਜਿਹੜੇ ਭਾਰਤ ਦੀ ਜਿਹੜੀ ਰਾਜਨੀਤਿਕ ਸਥਿਤੀ ਸੀਗੀ ਉਹ 562 ਰਿਆਸਤਾਂ ਔਰ 9 ਜਿਹੜੇ ਸੀਗੇ ਉਹ ਸਟੇਟ ਸੀਗੀਆਂ। ਜਿਵੇਂ 15 ਅਗਸਤ 1947 ਤੋਂ ਬਾਅਦ ਜਿਹੜੀ ਇਹਦੀ ਭਾਰਤ ਦੀ ਸਥਿਤੀ ਹੈ ਉਹ ਬਦਲੀ। 14 ਇੱਥੇ ਸਟੇਟਸ ਦੀ ਵੰਡ ਹੋਈ ਔਰ 6 ਜਿਹੜੇ ਹੈ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਬਣੇ। ਇਸ ਦੀ ਬੇਟੇ ਬੱਚਿਓ ਦੁਬਾਰਾ ਫਿਰ ਇਹਨੂੰ ਰੀਆਰਗੇਨਾਈਜ਼ ਕੀਤਾ ਗਿਆ ਤੇ ਅੱਜ ਦੀ ਜਿਹੜੀ ਸਥਿਤੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਵੀ 28 ਸਟੇਟਸ ਨੇ ਔਰ 9 ਜਿਹੜੇ ਹੈ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਨੇ। ਹੁਣ ਉਸ ਤੋਂ ਬਾਅਦ ਗੱਲ ਕਰਦੇ ਹਾਂ ਥੋੜੀ ਜੀ ਇਹਦੀ ਜਨਸੰਖਿਆ ਦੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬੇਟਾ, ਏਰੀਏ ਦੇ ਹਿਸਾਬ ਨਾਲ ਭਾਰਤ ਜਿਹੜਾ ਉਹ 7ਵੇਂ ਨੰਬਰ ਤੇ ਹੈ ਔਰ ਜਨਸੰਖਿਆ ਦੇ ਮੁਤਾਬਕ ਇਹ ਦੂਸਰੇ ਨੰਬਰ ਤੇ ਆਉਂਦਾ ਹੈ। ਭਾਰਤ ਦੇ ਤੋਂ ਇੱਕ ਜਿਹੜਾ ਦੇਸ਼ ਚਾਈਨਾ ਹੈ, ਸਿਰਫ ਉਹੀ ਇਸ ਤੋਂ ਜਨਸੰਖਿਆ ਦੇ ਆਧਾਰ ਤੇ ਅੱਗੇ ਹੈ, ਬਾਕੀ ਸਾਰੇ ਹੀ ਮੁਲਕ ਜਿਹੜੇ ਆ ਉਹ ਇਸ ਤੋਂ ਪਿੱਛੇ ਨੇ, ਯਾਨੀ ਕਿ ਦੂਸਰੇ ਨੰਬਰ ਤੇ ਹੈ। ਔਰ ਜੇ ਸੰਸਾਰ ਲੈਵਲ ਤੇ ਗੱਲ ਕਰਨੀ ਹੋਵੇ ਤਾਂ ਭਾਰਤ ਦੀ ਆਬਾਦੀ ਜਿਹੜੀ ਆ ਉਹ ਸੰਸਾਰ ਲੈਵਲ ਤੇ 14% ਸ਼ੇਅਰ ਜਿਹੜਾ ਉਹ ਸੰਸਾਰ ਦੇ ਵਿੱਚ 14.8% ਜਿਹੜਾ ਸ਼ੇਅਰ ਹੈ ਉਹ ਭਾਰਤ ਦਾ ਹਿੱਸਾ ਆਉਂਦਾ। ਇਸ ਦੇ ਵਿੱਚ ਬੇਟਾ ਜਿਹੜੀ 2011 ਦੀ ਜਨਸੰਖਿਆ ਹੋਈ, ਜਨਗਣਨਾ ਹੋਈ, ਕਿਉਂਕਿ ਅਜੇ 2021 ਚ ਤਾਂ ਹੁਣ ਹੋਣੀ ਹੈ। 2011 ਦੀ ਜਨਸੰਖਿਆ ਮੁਤਾਬਕ ਜਿਹੜੇ 1000 ਮਰਦ ਨੇ ਉਹਨਾਂ ਦੇ ਪਿੱਛੇ 940 ਜਿਹੜੀਆਂ ਨੇ ਉਹ ਫੀਮੇਲ ਨੇ ਜਾਂ ਔਰਤਾਂ ਨੇ, ਜਿਹੜੀ 2011 ਦੀ ਇਹਦੀ ਜਨਸੰਖਿਆ। ਉਸ ਤੋਂ ਬਾਅਦ ਥੋੜੀ ਜੀ ਗੱਲ ਇਹਦੀ ਆਪਾਂ ਖੇਤਰੀ ਭਿੰਨਤਾ ਦੀ ਕਰ ਲੈਂਦੇ ਹਾਂ। ਖੇਤਰੀ ਭਿੰਨਤਾ ਦੇ ਵਿੱਚ ਇਹ ਆ ਵੀ ਭਾਰਤ ਤੁਹਾਨੂੰ ਜਿਵੇਂ ਪਤਾ ਹੀ ਹੈ ਵੀ ਬਹੁਤ ਭਿੰਨਤਾਵਾਂ ਵਾਲਾ ਦੇਸ਼ ਹੈ। ਇਹਦੇ ਚ ਬਹੁਤ ਵਖਰੇਵਾਂ ਹੈ, ਹਰ ਚੀਜ਼ ਦਾ ਡਾਈਵਰਸਿਟੀ ਹੈ ਬਹੁਤ ਜ਼ਿਆਦਾ। ਫਸਟ ਆਫ ਆਲ ਜਿਵੇਂ ਇਹਦਾ ਧਰਾਤਲ ਹੀ ਹੈ,
ਕਈ ਦੇਸ਼ਾਂ ਕੋਲ ਬੱਚਿਓ ਇੱਕ ਤਰ੍ਹਾਂ ਦੀ ਜ਼ਮੀਨ ਹੀ ਹੁੰਦੀ ਹੈ। ਜਿਵੇਂ ਜੇਕਰ ਮੈਂ ਐਗਜ਼ਾਮਪਲ ਦੇਣੀ ਹੋਵੇ ਵਰਲਡ ਦੇ ਵਿੱਚ, ਤੇ ਸਾਊਦੀ ਅਰੇਬੀਆ ਜਿਹੜਾ ਉਹਦੇ ਕੋਲ ਇੱਕ ਤਰ੍ਹਾਂ ਦੀ ਹੀ ਜ਼ਮੀਨ ਆ, ਉਹ ਰੇਤ ਹੀ ਆ ਉਹਦੇ ਕੋਲ ਸਾਰੀ। ਮਗਰ ਭਾਰਤ ਜਿਹੜਾ ਉਹ ਸਾਡੇ ਕੋਲ ਮਤਲਬ ਜਿਹੜੀ ਭਾਰਤ ਦੇ ਕੋਲੇ ਜਿਹੜੀ ਜ਼ਮੀਨ ਹੈ ਉਹ ਟੋਟਲ 5 ਤਰ੍ਹਾਂ ਦੀ ਜ਼ਮੀਨ ਹੈ, ਜਿੰਦੇ ਵਿੱਚੋਂ ਉੱਤਰ ਦੇ ਵਿੱਚ ਹਿਮਾਲਿਆ ਪਹਾੜ ਹੈ, ਉਸ ਤੋਂ ਬਾਅਦ ਮੈਦਾਨੀ ਏਰੀਆ ਹੈ ਜਿਹਨੂੰ ਮੈਦਾਨੀ ਏਰੀਆ ਬੋਲਦੇ ਆ, ਫਿਰ ਥੋੜਾ ਜਿਹਾ ਹਿੱਸਾ ਡੈਜ਼ਰਟ ਹੈ, ਦੱਖਣ ਦੇ ਪਠਾਰ ਨੇ ਔਰ ਤੱਟ ਦੇ ਮੈਦਾਨ ਨੇ, ਦੈਨ ਇਹਦਾ ਜਿਹੜਾ ਤੱਟ ਦੇ ਮੈਦਾਨ ਨੇ ਔਰ ਇਹਦਾ ਡੈਲਟਾਈ ਖੇਤਰ ਹੈ। ਸੋ ਇਸ ਤਰ੍ਹਾਂ ਜਿਹੜਾ ਭਾਰਤ ਹੈ ਟੋਟਲ, ਉਹ ਭਾਰਤ ਦੇ ਕੋਲ 5 ਤਰ੍ਹਾਂ ਦਾ ਲੈਂਡ ਫਾਰਮ ਹੈ ਔਰ ਇਹ ਬਹੁਤ ਹੀ ਕੁਦਰਤ ਦੀ ਨਿਆਮਤ ਹੈ ਇਹਨੂੰ ਵੀ ਭਾਰਤ ਨੂੰ ਕੁਦਰਤ ਨੇ 5 ਤਰ੍ਹਾਂ ਦੇ ਜਿਹੜੇ ਹੈ ਉਹਦੀ ਜ਼ਮੀਨ ਜਿਹੜੀ ਆ ਉਹ ਦਿੱਤੀ ਹੈ। ਮੈਂ ਫਿਰ ਦੁਹਰਾ ਦੇਣਾ, ਹਿਮਾਲਿਆ ਪਹਾੜ ਜਿਹੜੀ ਜਿਹਨੂੰ ਪਰਵਤੀ ਖੇਤਰ ਬੋਲਦੇ ਆ, ਉਸ ਤੋਂ ਬਾਅਦ ਉੱਤਰ ਦੇ ਮੈਦਾਨ ਨੇ, ਫਿਰ ਰੇਗਿਸਤਾਨ ਹੈ, ਫਿਰ ਦੱਖਣ ਦੇ ਪਠਾਰ ਨੇ ਔਰ ਆਖਰ 'ਚ ਤੱਟ ਦੇ ਮੈਦਾਨ ਨੇ, ਜਿਹੜੇ ਕਿ ਸਮੁੰਦਰ ਦੇ ਨਾਲ ਨਾਲ ਜਿਹੜੀ ਜ਼ਮੀਨ ਹੈ ਉਹ ਕਿਉਂਕਿ ਉਪਜਾਊ ਵੀ ਬਹੁਤ ਜ਼ਿਆਦਾ ਹੈ, ਉਸ ਨੂੰ ਤੱਟ ਦੇ ਮੈਦਾਨ ਬੋਲਦੇ ਆ। ਸੋ ਧਰਾਤਲੀ ਪੱਖੋਂ ਇਸ ਦੀ ਭਿੰਨਤਾ ਤੁਹਾਨੂੰ ਮੈਂ ਦੱਸੀ। ਹੁਣ ਆਉਂਦੇ ਹਾਂ ਬੋਲੀਆਂ ਤੇ। ਭਾਰਤ ਦੇ ਵਿੱਚ ਬੱਚਿਓ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕੋਈ 5000 ਦੇ ਕਰੀਬ ਬੋਲੀਆਂ ਜਿਹੜੀਆਂ ਉਹ ਬੋਲੀਆਂ ਜਾਂਦੀਆਂ। ਮਗਰ 15 ਅਗਸਤ 1947 ਤੋਂ ਬਾਅਦ ਸਾਡਾ ਜਦੋਂ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ ਤੇ ਸੰਵਿਧਾਨ ਦੇ ਵਿੱਚ ਸਾਨੂੰ 18 ਬੋਲੀਆਂ ਜਿਹੜੀਆਂ ਨੇ ਉਸ ਨੂੰ ਮਾਨਤਾ ਦਿੱਤੀ ਗਈ ਹੈ ਵੀ 18 ਜਿਹੜੀਆਂ ਭਾਸ਼ਾਵਾਂ ਨੇ ਉਸ ਦੇ ਵਿੱਚ ਹੀ ਅਸੀਂ ਭਾਰਤ ਨੂੰ ਉਹਦੇ ਵਿੱਚ ਮਾਨਤਾ ਹੈ। ਉਂਝ ਬੋਲੀਆਂ ਜਿਹੜੀਆਂ ਨੇ ਉਹ ਉਪ ਬੋਲੀਆਂ ਜੇਕਰ ਸਾਰਾ ਰਲਾ ਲਈਏ ਤਾਂ ਲਗਭਗ 5000 ਦੇ ਕਰੀਬ ਇਹਨਾਂ ਦੀ ਗਿਣਤੀ ਬਣਦੀ ਹੈ। ਇਸ ਤੋਂ ਬਾਅਦ ਭਾਰਤ ਦੇ ਵਿੱਚ ਜਿਹੜੇ ਧਰਮ ਨੇ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਭਿੰਨਤਾ ਹੈ। ਭਾਰਤ ਜਿਹੜਾ ਹੈ ਉਹ ਬਹੁ ਧਰਮੀ ਦੇਸ਼ ਹੈ। ਜੇਕਰ ਆਪਾਂ ਦੂਸਰੇ ਦੇਸ਼ਾਂ ਦੀ ਗੱਲ ਕਰੀਏ, ਮੰਨ ਲਓ ਆਪਾਂ ਇੰਗਲੈਂਡ ਦੀ ਗੱਲ ਕਰ ਲਈਏ, ਪਾਕਿਸਤਾਨ ਦੀ ਗੱਲ ਕਰ ਲਈਏ, ਬੰਗਲਾਦੇਸ਼ ਦੀ ਗੱਲ ਕਰ ਲਈਏ, ਜਿਹੜੇ ਕਿ ਸਾਡੇ ਗੁਆਂਢੀ ਦੇਸ਼ ਵੀ ਨੇ, ਇੱਥੇ ਲਗਭਗ ਇੱਕ ਹੀ ਧਰਮ ਹੈ। ਮਗਰ ਸਾਡਾ ਕੰਟਰੀ ਜਿਸ ਵੇਲੇ ਆਜ਼ਾਦ ਹੋਇਆ ਤਾਂ ਅਸੀਂ ਪਹਿਲੀ ਗੱਲ ਤਾਂ ਇਹ ਹੈ ਵੀ ਇਸ ਨੂੰ ਇੱਕ ਧਰਮ ਨਿਰਪੱਖ ਗਣਰਾਜ ਜਿਹੜਾ ਉਹ ਬਣਾਇਆ। ਭਾਰਤ ਦਾ ਜਿਹੜਾ ਸੰਵਿਧਾਨ ਬਣਿਆ ਉਹ ਕਿਸੇ ਵੀ ਰਿਲੀਜਨ ਦੇ ਉੱਪਰ ਬੇਸਡ ਨਹੀਂ ਹੈ, ਯਾਨੀ ਕਿ ਇਹ ਇੱਕ ਲੋਕਤੰਤਰੀ ਗਣਰਾਜ ਇਹਨੂੰ ਬਣਾਇਆ ਗਿਆ। ਮਗਰ ਇਸ ਦੇ ਬਾਵਜੂਦ ਵੀ ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਧਰਮ ਨੇ ਉਹ ਇੱਥੇ ਨਿਵਾਸ ਕਰਦੇ ਆ। ਇੱਥੋਂ ਦੇ ਲੋਕਾਂ ਦੇ ਵਿੱਚ ਉਹ ਲੋਕੀ ਵਿਸ਼ਵਾਸ ਕਰਦੇ ਆ, ਜਿਨ੍ਹਾਂ ਵਿੱਚੋਂ ਮੇਨ 85% ਜਿਹੜਾ ਵੱਡਾ ਇੱਥੋਂ ਦਾ ਰਿਲੀਜਨ ਹੈ ਉਹ ਹਿੰਦੂ ਹੈ, ਉਸ ਤੋਂ ਬਾਅਦ ਮੁਸਲਿਮ ਨੇ, ਫਿਰ ਕ੍ਰਿਸਚਨ ਨੇ, ਸਿੱਖ ਹੈ, ਬੌਧ ਹੈ, ਈਸਾਈ ਹੈ, ਪਾਰਸੀ ਹੈ। ਬਹੁਤ ਸਾਰੇ ਧਰਮ, ਬਹੁਤ ਸਾਰੀਆਂ ਜਾਤਾਂ, ਬਹੁਤ ਸਾਰੇ ਜਿਹੜੀਆਂ ਇੱਥੋਂ ਦੇ ਮਜ਼ਹਬ ਦੇ ਲੋਕ ਜਿਹੜੇ ਆ ਉਹ ਇੱਕੋ ਭੂ-ਭਾਗ ਦੇ ਵਿੱਚ ਰਹਿੰਦੇ ਆ। ਯਾਨੀ ਕਿ ਧਰਮਾਂ ਦੇ ਵਿੱਚ ਵੀ ਭਾਰਤ ਦੇ ਵਿੱਚ ਡਾਈਵਰਸਿਟੀ ਬਹੁਤ ਜ਼ਿਆਦਾ। ਜੇਕਰ ਇਹਦੀ ਤੁਲਨਾ ਆਪਾਂ ਮੰਨ ਲਓ ਈਰਾਨ ਦੇ ਨਾਲ ਕਰੀਏ, ਈਰਾਨ ਸਿਰਫ ਸ਼ੀਆ ਲੋਕਾਂ ਦਾ ਹੀ ਦੇਸ਼ ਹੈ, ਉੱਥੇ ਮੁਸਲਿਮ ਆਬਾਦੀ ਹੈ ਔਰ ਉਹ ਰਿਪਬਲਿਕ ਆਫ ਇਸਲਾਮਿਕ ਦੇਸ਼ ਮੰਨੇ ਜਾਂਦੇ ਆ, ਜਦ ਕਿ ਸਾਡਾ ਜਿਹੜਾ ਸੀਗਾ ਉਹ ਡੈਮੋਕ੍ਰੈਟਿਕ ਰਿਪਬਲਿਕ ਦੇਸ਼ ਮੰਨਿਆ ਜਾਂਦਾ। ਯਾਨੀ ਕਿ ਇੱਥੇ ਜਿਹੜੀ ਸਟੇਟ ਹੈ ਜਾਂ ਜਿਹੜਾ ਭਾਰਤ ਦਾ ਮੂਲ ਢਾਂਚਾ ਹੈ ਉਹ ਧਰਮ ਨਿਰਪੱਖ ਹੈ, ਮਤਲਬ ਉਹਦੇ ਵਿੱਚ ਕਿਸੇ ਵੀ ਧਰਮ ਨੂੰ ਮਤਲਬ ਥਾਂ ਨਹੀਂ ਦਿੱਤੀ ਗਈ। ਕਾਨੂੰਨ ਦੇ ਸਾਹਮਣੇ ਸਾਰੇ ਹੀ ਲੋਕ ਜਿਹੜੇ ਆ, ਸਾਰੇ ਹੀ ਧਰਮ ਜਿਹੜੇ ਆ ਜਾਂ ਲੋਕ ਆ ਉਹ ਬਰਾਬਰ ਜਿਹੜੇ ਆ ਉਹਨਾਂ ਨੂੰ ਟਰੀਟ ਕੀਤਾ ਜਾਂਦਾ। ਉਸ ਤੋਂ ਬਾਅਦ ਇਹਦਾ ਥੋੜੀ ਜਿਹੀ ਇਹਦੀ ਜਲਵਾਯੂ ਦੀ ਗੱਲ ਕਰਦੇ ਆ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਭਾਰਤ ਜਿਹੜਾ ਉਹ ਬਹੁਤ ਹੀ ਭਿੰਨਤਾਵਾਂ ਵਾਲਾ ਮੁਲਕ ਹੈ। ਇਹਦੀ ਜਲਵਾਯੂ ਦੇ ਵਿੱਚ ਵੀ ਬਹੁਤ ਭਿੰਨਤਾ ਹੈ, ਯਾਨੀ ਕਿ ਵਖਰੇਵਾਂ ਹੈ ਬਹੁਤ ਜ਼ਿਆਦਾ। ਜੇਕਰ ਆਪਾਂ ਉੱਤਰ ਦੇ ਵਿੱਚ ਇੱਥੇ ਰਹਿੰਦੇ ਹੋਈਏ, ਹਿਮਾਲਿਆਜ਼ ਜਿਹੜੇ ਨੇ ਉਹ ਲਗਭਗ 12 ਮਹੀਨੇ ਹੀ ਬਰਫ਼ ਦੇ ਨਾਲ ਢਕੇ ਰਹਿੰਦੇ ਆ, ਤੇ ਜਿਹੜਾ ਉੱਤਰੀ ਭਾਰਤ ਹੈ ਉੱਥੇ ਜਿਹੜਾ ਟੈਂਪਰੇਚਰ ਹੈ ਉਹ ਬਹੁਤ ਘੱਟ ਹੁੰਦਾ ਹੈ, ਜਿੰਦੇ ਵਿੱਚ ਜੰਮੂ ਕਸ਼ਮੀਰ ਹੈ, ਉੱਤਰਾਖੰਡ ਹੈ, ਹਿਮਾਚਲ ਹੈ ਜਾਂ ਈਸਟ ਦੇ ਕੁਝ ਸਟੇਟਸ ਨੇ ਜਿੱਥੇ ਕਿ ਠੰਡਾ ਮੌਸਮ ਰਹਿੰਦਾ। ਉਸ ਤੋਂ ਬਾਅਦ ਥੋੜਾ ਜਿਹਾ ਜੇ ਨੀਚੇ ਆਓਗੇ ਤੁਸੀਂ, ਜਿਹੜਾ ਕਿ ਉੱਤਰ ਦੇ ਮੈਦਾਨ ਨੇ, ਮੈਦਾਨਾਂ ਦੇ ਵਿੱਚ ਜਿਹੜਾ ਇੱਥੋਂ ਦਾ ਜਲਵਾਯੂ ਹੈ ਉਹ ਮਿਕਸਡ ਹੈ। ਗਰਮੀਆਂ ਵੀ ਨੇ, ਸਰਦੀਆਂ ਵੀ ਨੇ, ਬਸੰਤ ਵੀ ਹੈ ਔਰ ਪਤਝੜ ਵੀ ਹੈ, ਯਾਨੀ ਕਿ ਚਾਰੇ ਰੁੱਤਾਂ ਜਿਹੜੀਆਂ ਨੇ ਤੁਹਾਨੂੰ ਉਹ ਜਿਹੜੇ ਨਾਰਦਰਨ ਪਲੇਨਸ ਨੇ ਯਾਨੀ ਕਿ ਉੱਤਰ ਦੇ ਮੈਦਾਨ ਨੇ ਉੱਥੇ ਤੁਹਾਨੂੰ ਇਹ ਮਿਲਦਾ ਹੈ। ਉਸ ਤੋਂ ਬਾਅਦ ਕਰਕ ਰੇਖਾ ਤੋਂ ਜਿਵੇਂ ਹੀ ਆਪਾਂ ਥੋੜਾ ਜਿਹਾ ਨੀਚੇ ਜਾਵਾਂਗੇ ਤਾਂ ਭਾਰਤ ਦਾ ਜਿਹੜਾ ਜਲਵਾਯੂ ਹੈ ਉਹ ਖੁਸ਼ਕ ਤੇ ਤਰ ਤੁਹਾਨੂੰ ਨਜ਼ਰ ਆਏਗਾ, ਯਾਨੀ ਕਿ ਉੱਥੇ ਸਰਦੀ ਦੀ ਰੁੱਤ ਜਿਹੜੀ ਹੈ ਉਹ ਨਹੀਂ ਹੋਏਗੀ, ਗਰਮ ਜਿਹੜਾ ਮੌਸਮ ਹੈ ਉਹ ਪਾਇਆ ਜਾਂਦਾ ਹੈ। ਇਸ ਤਰ੍ਹਾਂ
ਭਾਰਤ ਦੇ ਵਿੱਚ ਜਿਹੜਾ ਜਲਵਾਯੂ ਹੈ ਉਸ ਦਾ ਬਹੁਤ ਜ਼ਿਆਦਾ ਵਖਰੇਵਾਂ ਹੈ, ਮਤਲਬ ਕਿਉਂਕਿ ਬਹੁਤ ਜ਼ਿਆਦਾ ਭਿੰਨਤਾ ਹੈ ਉਹਦੇ ਜਲਵਾਯੂ ਦੇ ਵਿੱਚ ਵੀ। ਉਸ ਤੋਂ ਬਾਅਦ ਆਪਾਂ ਇਹਦੇ ਸੱਭਿਆਚਾਰ ਬਾਰੇ ਗੱਲ ਕਰਦੇ ਹਾਂ। ਜਿਵੇਂ ਕਿ ਬੱਚਿਓ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਧਰਮ ਜਾਤਾਂ ਦੇ ਲੋਕ ਰਹਿੰਦੇ ਆ ਤੇ ਇਹਨਾਂ ਦਾ ਅਲੱਗ-ਅਲੱਗ ਸੱਭਿਆਚਾਰ ਵੀ ਹੈ। ਇਹ ਆਪਣੀਆਂ ਬੋਲੀਆਂ ਇਹਨਾਂ ਦੀਆਂ ਅਲੱਗ ਨੇ, ਇਹਨਾਂ ਦੇ ਪਹਿਰਾਵੇ ਅਲੱਗ ਨੇ, ਇਹਨਾਂ ਦਾ ਖਾਣਾ ਪਾਣਾ ਅਲੱਗ ਹੈ ਔਰ ਇਹਨਾਂ ਦੇ ਰੀਤੀ ਰਿਵਾਜ ਜਿਹੜੇ ਆ ਉਹ ਵੀ ਅਲੱਗ-ਅਲੱਗ ਨੇ। ਯਾਨੀ ਕਿ ਸਾਡਾ ਜਿਹੜਾ ਕਲਚਰ ਹੈ ਭਾਰਤ ਦਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵੇਰੀਏਸ਼ਨ ਹੈ। ਮੰਨ ਲਓ ਜਿਵੇਂ ਮੈਂ ਐਗਜ਼ਾਮਪਲ ਦੇਣੀ ਹੋਵੇ ਵੀ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਪੰਜਾਬ ਦੇ ਵਿੱਚ ਜਿਹੜੇ ਸਾਡੇ ਲੋਕ ਨਾਚ ਨੇ ਉਹ ਤੁਹਾਨੂੰ ਪਤਾ ਹੀ ਹੈ ਵੀ ਭੰਗੜਾ, ਗਿੱਧਾ ਏ, ਬੋਲੀਆਂ ਨੇ, ਪਾਣੀਆਂ ਨੇ। ਸਾਡੀ ਜਿਹੜੀ ਮਾਂ ਬੋਲੀ ਹੈ ਉਹ ਅਸੀਂ ਪੰਜਾਬੀ ਬੋਲਦੇ ਹਾਂ। ਮਗਰ ਜਿਵੇਂ ਹੀ ਤੁਸੀਂ ਰਾਜਸਥਾਨ ਜਾਂ ਗੁਜਰਾਤ 'ਚ ਚਲੇ ਜਾਓਗੇ ਉੱਥੇ ਉਹ ਰਾਜਸਥਾਨੀ ਬੋਲਣਗੇ, ਹਿੰਦੀ ਬੋਲਣਗੇ, ਰਾਜਸਥਾਨੀ ਡਾਂਸ ਹੋਏਗਾ ਉਹਨਾਂ ਦਾ, ਫੋਕ ਡਾਂਸ ਜਿਹੜੇ ਹੈ। ਯਾਨੀ ਕਿ ਡਿਫਰੈਂਟ ਕਲਚਰ ਜਿਹੜਾ ਹੈ ਉਹ ਤੁਹਾਨੂੰ ਮਿਲੇਗਾ। ਔਰ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਭਾਰਤ ਦੇ ਵਿੱਚ ਹਰ 10 ਕਿਲੋਮੀਟਰ ਬਾਅਦ ਹੀ ਜਿਹੜੀ ਭਾਸ਼ਾ ਜਾਂ ਜਿਹੜਾ ਕਲਚਰ ਹੈ ਉਹ ਬਦਲ ਜਾਂਦਾ ਹੈ ਔਰ ਇਹ ਸੱਚਾਈ ਵੀ ਹੈ। ਇਸ ਤੋਂ ਬਾਅਦ ਇਹ ਜਿਹੜਾ ਸਾਡਾ ਭੂ ਭਾਗ ਹੈ ਇਸ ਨੂੰ ਜੇਕਰ ਆਪਾਂ ਅੱਜ ਦੀ ਸਿਨੈਰੀਓ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਅੱਜ ਦੀ ਡੇਟ ਦੇ ਵਿੱਚ ਇੰਡੀਆ ਜਿਹੜਾ ਹੈ ਉਹ ਤੁਹਾਨੂੰ ਪਤਾ ਹੀ ਹੈ ਇਸ ਦੇ ਬਾਵਜੂਦ ਇੱਕ ਲੋਕਤੰਤਰੀ ਗਣਰਾਜ ਹੈ ਜਿਸ ਦੀਆਂ 28 ਸਟੇਟਸ ਨੇ ਔਰ 9 ਜਿਹੜੇ ਹੈ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਆ ਜਿੱਥੋਂ, ਔਰ ਇੱਕ ਇਹਦਾ NCR ਬਣਾਇਆ ਗਿਆ ਜਿਹੜਾ ਕਿ ਕੈਪੀਟਲ ਰੀਜਨ ਹੈ ਜਿਹੜੀ ਇਹਦੀ ਦਿੱਲੀ ਹੈ ਉਹਦੇ ਆਸ-ਪਾਸ ਦੇ ਜਿਹੜੇ ਇਲਾਕੇ ਆ ਉਸ ਨੂੰ ਕੈਪੀਟਲ ਰੀਜਨ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਜਿਹੜਾ ਇੰਡੀਆ ਹੈ ਜੇਕਰ ਆਪਾਂ ਦੀ ਟੋਟਲ ਦੇ ਵਿੱਚ ਗੱਲ ਕਰੀਏ ਇਹ ਬੱਚਿਓ ਇੱਕ ਐਸਾ ਭੂ ਭਾਗ ਹੈ ਜਿਸ ਦੇ ਵਿੱਚ ਕੁਦਰਤ ਨੇ ਬਹੁਤ ਜ਼ਿਆਦਾ ਉਹਨੂੰ ਜ਼ਰਖੇਜ਼ ਬਣਾਇਆ ਹੈ, ਉਸ ਦੀ ਮਿੱਟੀ ਨੂੰ ਜ਼ਰਖੇਜ਼ ਬਣਾਇਆ ਹੈ, ਹਰ ਤਰ੍ਹਾਂ ਦਾ ਜਲਵਾਯੂ ਇੱਥੇ ਦਿੱਤਾ ਹੈ, ਹਰ ਤਰ੍ਹਾਂ ਦੀ ਬੋਲੀ ਇੱਥੇ ਦਿੱਤੀ ਹੈ, ਹਰ ਤਰ੍ਹਾਂ ਦਾ ਧਰਮ ਇਸ ਧਰਤੀ ਤੇ ਦਿੱਤਾ ਹੈ। ਇਸ ਦੇ ਬਾਵਜੂਦ ਇੰਨੀਆਂ ਭਿੰਨਤਾਵਾਂ ਦੇ ਬਾਵਜੂਦ ਵੀ ਅਸੀਂ ਜਿਹੜੇ ਆ ਉਹ ਅਨੇਕ ਹੁੰਦੇ ਹੋਏ ਵੀ ਅਸੀਂ ਇੱਕ ਹੀ ਹਾਂ। ਔਰ ਇਹਦਾ ਇੱਕ ਸਭ ਤੋਂ ਜਿਹੜਾ ਮੇਨ ਉਦਾਹਰਨ ਹੈ ਵੀ ਸਾਡਾ ਇੱਕ ਹੀ ਸੰਵਿਧਾਨ ਹੈ ਜਿਸ ਨੂੰ ਅਸੀਂ ਫੋਲੋ ਕਰਦੇ ਹਾਂ। ਉਹੀ ਸਾਡੀ ਗੀਤਾ, ਕੁਰਾਨ, ਬਾਈਬਲਸ, ਗੁਰੂ ਗ੍ਰੰਥ ਸਾਹਿਬ ਸਭ ਕੁਝ ਉਹੀ ਹੈ ਕਿਉਂਕਿ ਕਾਨੂੰਨ ਤੋਂ ਉੱਤੇ ਇੱਥੇ ਕੁਝ ਨਹੀਂ ਹੈ ਔਰ ਕਾਨੂੰਨ ਇੱਥੇ ਹਰ ਲੋਕਾਂ ਦੇ ਲਈ ਬਰਾਬਰ ਹੀ ਹੈ। ਇਸ ਤੋਂ ਇਲਾਵਾ ਸਾਡਾ ਇੱਕ ਹੀ ਝੰਡਾ ਹੈ ਜਿਸ ਨੂੰ ਸਾਰੇ ਭਾਰਤੀ ਜਿਹੜੇ ਆ ਉਹ ਮੰਨਦੇ ਆ। ਇੱਕ ਕਾਨੂੰਨ, ਇੱਕ ਹੀ ਫਲੈਗ ਅਸੀਂ ਇੱਥੇ ਇਸਤੇਮਾਲ ਕਰਦੇ ਹਾਂ ਔਰ ਇੱਕ ਹੀ ਤਰ੍ਹਾਂ ਦੀ ਕਰੰਸੀ ਹੈ ਇੱਥੇ, ਇੱਕ ਹੀ ਤਰ੍ਹਾਂ ਦਾ ਪਾਸਪੋਰਟ ਇੱਥੇ ਜਾਰੀ ਕੀਤਾ ਜਾਂਦਾ ਹੈ। ਸੋ ਇੰਨੀਆਂ ਭਿੰਨਤਾਵਾਂ ਦੇ ਬਾਵਜੂਦ ਮੈਂ ਇਹ ਕਹਿ ਸਕਦਾ ਵੀ ਭਾਰਤ ਜਿਹੜਾ ਹੈ ਉਹ ਅਨੇਕਤਾ ਦੇ ਵਿੱਚ ਏਕਤਾ ਦਾ ਸਰੂਪ ਜਿਹੜਾ ਹੈ ਉਹ ਸਮਾਈ ਬੈਠਾ ਹੈ। ਇੱਥੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਬੌਧੀ, ਜੈਨੀ ਸਾਰੇ ਜਿਹੜੇ ਮਜ਼ਹਬਾਂ ਦੇ ਲੋਕ ਨੇ ਉਹ ਇੱਕ ਹੀ ਸੰਵਿਧਾਨ ਦੇ ਅੰਡਰ ਜਿਹੜੇ ਆ ਉਹ ਆਪਣਾ ਜੀਵਨ ਬਤੀਤ ਕਰਦੇ ਆ, ਇਸ ਭਾਰਤ ਮਾਂ ਦੀ ਸੇਵਾ ਕਰਦੇ ਆ। ਸੋ ਅੰਤ ਦੇ ਵਿੱਚ ਮੈਂ ਬੱਚਿਓ ਇਹੀ ਕਹੂੰਗਾ ਕਿ ਮੇਰਾ ਜਿਹੜਾ ਇਹ ਟੌਪਿਕ ਸੀਗਾ ਭਾਰਤ ਇੱਕ ਜਾਣ ਪਛਾਣ, ਇਹ ਹਰ ਵਿਦਿਆਰਥੀ ਦੇ ਲਈ ਆਪਣੇ ਦੇਸ਼ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਦੇਸ਼ ਦੇ ਅਸੀਂ ਵਾਸੀ ਹਾਂ ਉਸ ਬਾਰੇ ਜਾਣਕਾਰੀ ਹੋਣੀ ਸਾਨੂੰ ਬਹੁਤ ਜ਼ਰੂਰੀ ਹੈ। ਤੁਹਾਨੂੰ ਇਹ ਲੈਸਨ ਜਿਹੜਾ ਹੈ ਸਾਡਾ ਇਹ ਕਿਸ ਤਰ੍ਹਾਂ ਦਾ ਲੱਗਾ ਇਸ ਨੂੰ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਜੇ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਜੇ। ਅੰਤ ਵਿੱਚ ਮੇਰੀਆਂ ਬਹੁਤ ਬਹੁਤ ਤੁਹਾਨੂੰ ਸ਼ੁਭ ਕਾਮਨਾਵਾਂ ਨੇ ਕਿ ਇਸ ਦੁੱਖ ਦੀ ਜਿਹੜੀ ਆਪਣੀ ਸੰਕਟ ਦੀ ਘੜੀ ਕੋਵਿਡ-19 ਦੀ ਚੱਲ ਰਹੀ ਹੈ ਆਪਾਂ ਸਾਰੇ ਮਿਲ ਜੁਲ ਕੇ ਇਸ ਤੋਂ ਬਾਹਰ ਆਵਾਂਗੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਜੈ ਹਿੰਦ।